ਹੁਣ ਸਾਡੇ ਨਾਲ ਜੁੜ ਰਹੇ ਨੇ ਸਰਦਾਰ ਦਵਿੰਦਰ ਸਿੰਘ ਬੋਪਰਾਏ ਜੀ, ਨਿਊਯਾਰਕ ਦੇ ਰਿਚਮੰਡ ਹਿੱਲ ਵਿੱਚ ਸਥਿਤ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਬੋਪਰਾਏ ਜੀ ਨਾਲ ਗੱਲ ਹੋਏਗੀ ਗੁਰਦੁਆਰਾ ਸਾਹਿਬਾਨਾ ਦੀ। ਆਖਿਰ ਕਿਸ ਤਰ੍ਹਾਂ ਕੋਵਿਡ-19 ਦੇ ਵਾਇਰਸ ਨਾਲ ਨਿਪਟਣ ਲਈ ਗੁਰਦੁਆਰਾ ਸਾਹਿਬਾਨਾ ਵਿੱਚ ਪ੍ਰਬੰਧ ਨੇ, ਆਓ ਜਾਣਦੇ ਹਾਂ। ਸੋ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਨਿਊਯਾਰਕ ਤੋਂ ਸਰਦਾਰ ਦਵਿੰਦਰ ਸਿੰਘ ਬੋਪਰਾਏ ਸਾਹਿਬ। ਬੋਪਰਾਏ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਵੀ ਮੀਡੀਆ ਆਈਡੀਆਜ਼ ਫੋਰਮ ਦਾ ਖਾਸ ਹਿੱਸਾ ਬਣਨ ਦੇ ਲਈ। ਧੰਨਵਾਦ ਜੀ, ਧੰਨਵਾਦ। ਬੋਪਰਾਏ ਸਾਹਿਬ, ਬਤੌਰ ਐਜ਼ ਏ ਪ੍ਰੈਜ਼ੀਡੈਂਟ ਸਿੱਖ ਕਲਚਰ ਸੁਸਾਇਟੀ ਦੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ। ਤੁਸੀਂ ਬੜੀ ਵੱਡੀ ਇੱਕ ਸੇਵਾ ਨਿਭਾ ਰਹੇ ਹੋ ਔਰ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਨਾ ਸਿਰਫ ਨਿਊਯਾਰਕ ਵਿੱਚ ਬਲਕਿ ਪੂਰੇ ਸੰਸਾਰ ਭਰ ਵਿੱਚ ਜਾਣਿਆ ਪਛਾਣਿਆ ਨਾ ਹੈਗਾ, ਕਿਉਂਕਿ ਇੱਥੋਂ ਹੀ ਸਿੱਖ ਡੇ ਪਰੇਡ ਦਾ ਆਗਾਜ਼ ਹੁੰਦਾ ਹੈ। ਔਰ ਇਸ ਵਾਰੀ ਅਸੀਂ ਸਿੱਖ ਡੇ ਪਰੇਡ ਦਾ ਖਾਸ ਹਿੱਸਾ ਨਹੀਂ ਬਣ ਪਾਵਾਂਗੇ, ਸਾਰੇ ਹੀ ਮਾਯੂਸ ਨੇ। ਉਹਨਾਂ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ, ਕਿਉਂਕਿ ਪੈਂਡੈਮਿਕ ਦੀ ਵਜ੍ਹਾ ਕਰਕੇ ਇਹ ਜਿਹੜੀ ਸਿੱਖ ਡੇ ਪਰੇਡ ਹੈ ਪਿਛਲੇ ਸਾਲ ਵੀ ਨਹੀਂ ਔਰ ਇਸ ਸਾਲ ਵੀ ਅਸੀਂ ਸੁੱਖ ਨਹੀਂ ਮਾਣ ਪਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਵੀ ਮੀਡੀਆ ਆਈਡੀਐਫ ਫੋਰਮ ਦਾ, ਜਿਨ੍ਹਾਂ ਨੇ ਟਾਈਮ ਦਿੱਤਾ ਵਾ ਕਿ ਸਿੱਖ ਸੁਸਾਇਟੀ ਦੀ ਆਵਾਜ਼ ਪੂਰੇ ਸੰਸਾਰ ਦੇ ਵਿੱਚ ਮੈਂ ਕਹਿ ਸਕਦਾ ਪਹੁੰਚਾਉਣ ਵਾਸਤੇ। ਸ਼ੁਕਰੀਆ। ਤੁਹਾਡਾ ਕੁਐਸਚਨ ਸੀ ਕਿ ਸਿੱਖ ਡੇ ਪਰੇਡ ਬਾਰੇ। ਇਹ ਬੜੀ ਭਿਆਨਕ ਪੈਂਡੈਮਿਕ ਕੋਵਿਡ-19 ਆਪਾਂ ਇਹਨੂੰ ਨਾਂ ਦੇ ਸਕਦੇ ਹਾਂ ਕਿ ਬੜੀ ਭਿਆਨਕ ਹੈ, ਕਿਉਂਕਿ ਇਹ ਇਕੱਲਾ ਨਿਊਯਾਰਕ ਨਹੀਂ, ਇਕੱਲਾ ਅਮਰੀਕਾ ਨਹੀਂ, ਪੂਰੇ ਸੰਸਾਰ ਦੇ ਵਿੱਚ ਇਸ ਭਿਆਨਕ ਬਿਮਾਰੀ ਨੇ ਬੜੇ ਪਿਆਰੇ, ਬੜੇ ਸੱਜਣ ਸਾਡੇ ਮਿੱਤਰ ਜਿਹੜੇ ਆ ਸਾਡੇ ਕੋਲ ਖੋਲ੍ਹੇ ਆ। ਸੋ ਆਪਾਂ ਸਾਰੇ ਜਾਣਦੇ ਹਾਂ ਕਿ ਪੂਰੇ ਸੰਸਾਰ ਦੇ ਵਿੱਚ ਇਸ ਨਾਮਰਾਦ ਬਿਮਾਰੀ ਨੇ ਬੜਾ ਦੁੱਖ ਦਿੱਤਾ, ਲੋਕਾਂ ਨੇ ਬੜਾ ਸੰਤਾਪ ਹੋ ਗਿਆ ਵਾ, ਬੜੇ ਚਾਹੁਣ ਵਾਲੇ ਸਾਡੇ ਕੋਲ ਤੁਰ ਗਏ ਨੇ। ਸੋ ਪੈਂਡੈਮਿਕ ਜਿਹੜੀ ਆ ਕੋਵਿਡ-19 ਸਪੈਸ਼ਲੀ ਆ, ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਅਮਰੀਕਾ ਜਿਹੜਾ ਵਾ ਅਜੇ ਤੱਕ ਵੀ ਨੰਬਰ 1 ਤੇ ਆ, ਕਿਉਂਕਿ ਇਹਦੀ ਜਿਹੜੀ ਆ ਕੋਵਿਡ-19 ਦੇ ਕੇਸ ਸਭ ਤੋਂ ਵੱਧ ਹੋਣ ਰਹੇ ਆ ਤੇ ਡੈਥ ਰੇਟ ਜਿਹੜਾ ਵਾ ਉਹ ਵੀ ਸਭ ਤੋਂ ਵੱਧ ਇੱਥੋਂ ਦਾ ਵਾ ਜੀ। ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਮਤਲਬ ਅਜੇ ਜਿਹੜਾ ਆ ਲਾਕਡਾਊਨ ਚੱਲ ਰਹੇ ਨੇ। ਜਿਸ ਤਰ੍ਹਾਂ ਰੈਸਟੋਰੈਂਟ ਖੈਰ ਖੁੱਲ੍ਹ ਜਾਣੇ ਆ ਹੁਣ 14 ਤਰੀਕ ਨੂੰ, 25% ਜਿਹੜੀ ਇਹਨਾਂ ਦੀ ਕੰਪੈਸਿਟੀ ਆ ਜੀ। ਉਹਦੇ ਕਰਕੇ ਅਜੇ ਅਮਰੀਕਾ ਨੇ ਜਿੰਨੀਆਂ ਵੀ ਗੈਦਰਿੰਗ ਸਭ ਬੰਦ ਕੀਤੀਆਂ ਵਾ, ਕਿਉਂਕਿ ਸਭ ਤੋਂ ਵੱਡੀ ਜਿਹੜੀ ਪਰੇਡ ਆ ਨਿਊਯਾਰਕ ਦੀ, ਜੇ ਮੈਂ ਕਹਾਂ ਤੇ ਆਇਰਿਸ਼ ਲੋਕਾਂ ਦੀ ਆ, ਉਹਨਾਂ ਨੂੰ ਵੀ ਮਤਲਬ ਪਰੇਡ ਨਹੀਂ ਕੱਢਣ ਦਿੱਤੀ ਜਾ ਰਹੀ, ਕਿਉਂਕਿ ਜੁਲਾਈ 2021 ਤੱਕ ਜਿੰਨੇ ਪਰਮਿਟ ਨੇ ਉਹ ਸਾਰੇ ਫਿਲਹਾਲ ਕੈਂਸਲ ਕਰ ਦਿੱਤੇ ਨੇ ਜੀ। ਸੋ ਮੈਂ ਤੁਹਾਡੇ ਮਾਧਿਅਮ ਦੇ ਥਰੂ ਜਿੱਥੇ ਵੀ ਮੇਰੇ ਭੈਣ ਭਰਾ ਬਜ਼ੁਰਗ ਬੱਚੇ ਸੁਣਦੇ ਨੇ ਉਹਨਾਂ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਵੀ ਇਸ ਵਾਰੀ ਵੀ ਜਿਹੜੀ ਸਿੱਖ ਡੇ ਪਰੇਡ ਹੈ ਜੋ ਮਨਹੈਟਨ ਦੇ ਵਿੱਚ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਕੱਢੀ ਜਾਂਦੀ ਸੀ, ਉਹ ਇਸ ਟਾਈਮ ਅਸੀਂ ਨਹੀਂ ਕੱਢ ਰਹੇ ਡਿਊ ਟੂ ਦਾ ਕੋਵਿਡ-19 ਜੀ। ਬਿਲਕੁਲ ਠੀਕ ਗੱਲ ਤੁਸੀਂ ਕਹੀ ਹੈ। ਪਰ ਦਵਿੰਦਰ ਸਾਹਿਬ, ਇੱਕ ਕੌੜੀ ਗੱਲ ਵੀ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਕਿਉਂਕਿ ਸਿੱਖ ਡੇ ਪਰੇਡ ਵਿੱਚ ਅਸੀਂ ਹਮੇਸ਼ਾ ਇੱਕ ਉਤਸ਼ਾਹ ਦੇਖਦੇ ਹਾਂ। ਸਾਰੇ ਗੁਰਦੁਆਰਾ ਸਾਹਿਬ ਜਿਹੜੇ ਪ੍ਰਬੰਧਕ ਕਮੇਟੀਆਂ ਨੇ ਇੱਕਮਿਕ ਹੋ ਜਾਂਦੀਆਂ ਨੇ ਜਦੋਂ ਇਸ ਸਿੱਖ ਡੇ ਪਰੇਡ ਨੂੰ ਕੱਢਿਆ ਜਾਂਦਾ ਸੀਗਾ ਹਰ ਸਾਲ ਜਦੋਂ। ਪਰ ਉਸ ਤੋਂ ਬਾਅਦ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਕਿਤੇ ਨਾ ਕਿਤੇ ਸਿਆਸਤ ਅੱਜ ਭਾਰੀ ਹੁੰਦੀ ਵਿਖਾਈ ਦੇ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਨਿਊਯਾਰਕ ਜਿਹੜਾ ਸਾਡਾ ਟਰਾਈ ਸਟੇਟ ਏਰੀਆ ਵੱਜਦਾ ਵਾ, ਨਿਊਯਾਰਕ ਜਿਹੜਾ ਸਿੱਖ ਕਲਚਰ ਸੁਸਾਇਟੀ ਹੈ ਜਿੱਥੋਂ ਦੀ ਦਾਸ ਨੂੰ ਮੁੱਖ ਸੇਵਾਦਾਰ ਦੀ ਸੇਵਾ ਮਿਲੀ ਆ, ਇਹ ਈਸਟ ਕੋਸਟ ਦਾ ਸਭ ਤੋਂ ਵੱਡਾ ਤੇ ਸਭ ਤੋਂ ਪੁਰਾਣਾ ਗੁਰਦੁਆਰਾ ਵਾ ਜੀ। ਇਸ ਟਾਈਮ ਟਰਾਈ ਸਟੇਟ ਦੇ ਵਿੱਚ 40 ਗੁਰਦੁਆਰੇ ਨੇ ਜਿਹੜੇ ਤਕਰੀਬਨ ਸਾਰੀਆਂ ਇੱਥੋਂ ਦੀਆਂ ਸੰਗਤਾਂ ਸੀ ਪਹਿਲੋਂ ਵਾਲੀਆਂ ਤੋਂ ਵੱਖ-ਵੱਖ ਸਟੇਟਾਂ 'ਚ, ਜਿਸ ਤਰ੍ਹਾਂ ਵੱਖ-ਵੱਖ ਸ਼ਹਿਰਾਂ 'ਚ ਮੂਵ ਹੁੰਦੇ ਗਏ, ਉੱਥੇ ਉਹਨਾਂ ਆਪਣੇ ਗੁਰੂ ਘਰ ਬਣਾਏ, ਬੜੀ ਚੰਗੀ ਗੱਲ ਆ। ਪਰ ਇਹ ਦਿਖਾਂਤ ਜੀ ਕੱਲਾ ਇੱਥੋਂ ਦਾ ਹੀ ਨਹੀਂਗਾ, ਮੈਂ ਪੂਰੇ ਸੰਸਾਰ ਦਾ ਹੀ ਕਹਿ ਸਕਦਾ ਕਿ ਜਿੱਥੇ ਸਾਡੇ ਸਿੱਖ ਭਰਾ ਵੱਸਦੇ ਆ ਗੁਰਦੁਆਰਿਆਂ ਦੇ ਵਿੱਚ ਕਈ ਮਸਲਿਆਂ ਨੂੰ ਲੈ ਕੇ ਜਿਹੜਾ ਇੱਕ ਗੋਲਕ ਦਾ ਮਸਲਾ ਆਉਂਦਾ ਵਾ ਜੀ, ਜਿਹੜਾ ਇੱਕ ਗੋਲਕ ਦਾ ਮਸਲਾ ਆਉਂਦਾ, ਮੈਂ ਉਹਨੂੰ ਨਹੀਂ ਕਹਿ ਸਕਦਾ ਵੀ ਇਹ ਈਰਖਾਬਾਜ਼ੀ ਦੀ ਗੱਲ ਹੁੰਦੀ ਆ, ਜਾਂ ਇਹਨੂੰ ਥੋੜ੍ਹਾ ਜਿਹਾ ਲਾ ਲਓ ਕਿ ਇਸ ਗਰੁੱਪ ਦਾ ਮਤਲਬ ਇਸ ਗਰੁੱਪ ਚਲਾਉਣ ਡਿਆ ਵਾ ਤੇ ਦੂਜੇ ਦੀ ਪੁੱਛਗਿੱਛ ਘੱਟ ਆ। ਇਹਨਾਂ ਚੀਜ਼ਾਂ ਨੂੰ ਲੈ ਕੇ ਕਿਤੇ
ਹੁੰਦਾ। ਅਦਰਵਾਈਜ਼ ਗੁਰਦੁਆਰਿਆਂ ਦੇ ਵਿੱਚ ਕੋਈ ਇਦਾਂ ਦੇ ਘਪਲੇਬਾਜ਼ੀ ਨਹੀਂ ਹੁੰਦੀ, ਮੈਂ ਕਹਿ ਸਕਦਾ, ਕਿਉਂਕਿ ਦਾਸ ਵੀ ਪਿਛਲੇ 35 ਸਾਲਾਂ ਤੋਂ ਗੁਰੂ ਘਰ ਸਿੱਖ ਸੁਸਾਇਟੀ ਦੇ ਨਾਲ ਵਿਚਰਿਆ ਵਾ। ਜੀ। ਕਦੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ, ਪਰ ਇਹਨਾਂ ਥੋੜ੍ਹੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਹਮੇਸ਼ਾ ਹੀ ਚੱਲਦਾ ਰਿਹਾ। ਤੇ ਅਸੀਂ ਐਕਚੁਅਲੀ ਇਹ ਚੀਜ਼ਾਂ ਆਪਣੇ ਪਿੱਛੋਂ ਭਾਰਤ ਤੋਂ ਲੈ ਕੇ ਆਏ ਆਪਣੇ ਨਾਲ, ਕਿਉਂਕਿ ਉੱਥੇ ਵੀ ਇਹੋ ਸਿਸਟਮ ਚੱਲਦਾ ਵਾ। ਤਾਂ ਸਾਡੀ ਜਿਹੜੀ ਅਗਲੀ ਜਨਰੇਸ਼ਨ ਆ ਉਹ ਇਸ ਚੀਜ਼ ਨੂੰ ਨਹੀਂ ਚੰਗਾ ਸਮਝਦੀ, ਪਰ ਜਿਹੜੀ ਮੈਂ ਆਪਣਾ ਕਹਿ ਸਕਾਂ ਮੇਰੀ ਏਜ ਜਾਂ ਮੇਰੇ ਕੋਈ 10 ਸਾਲ ਮੇਰੇ ਤੋਂ ਛੋਟੇ ਜਾਂ ਵੱਡੇ ਜਿਹੜੇ ਉਹਨਾਂ ਦੀ ਅਜੇ ਖੂਨ ਦੇ ਵਿੱਚ ਉਹ ਚੀਜ਼ਾਂ ਹੈਗੀਆਂ ਵਾ। ਪਰ ਗੁਰੂ ਕਿਰਪਾ ਕਰੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਇਸ ਚੀਜ਼ ਤੋਂ ਦੂਰ ਹੈ ਜੀ। ਬਿਲਕੁਲ ਤੁਸੀਂ ਠੀਕ ਗੱਲ ਕੀਤੀ ਹੈ, ਪਰ ਨਾਲ ਹੀ ਇਹ ਵੀ ਅਸੀਂ ਦੇਖਣ 'ਚ ਆਇਆ ਕਿਉਂਕਿ ਗੁਰਦੁਆਰਾ ਸਾਹਿਬਾਨਾਂ ਵਿੱਚ ਜਿਹੜੀਆਂ ਕੁੜੱਤਨਬਾਜ਼ੀ ਨਿਕਲਦੀ ਹੈ ਉਹ ਵੀ ਕਿਸੇ ਤੋਂ ਛੁਪੀ ਨਹੀਂ ਹੈ। ਸਿਆਸਤਬਾਜ਼ੀ 'ਤੇ ਚੱਲਦੀਆਂ, ਕਿਰਪਾਨਾਂ ਵੀ ਚੱਲਦੀਆਂ ਅਸੀਂ ਵੇਖੀਆਂ ਨੇ, ਡਾਂਗਾ ਚੱਲਦੀਆਂ ਅਸੀਂ ਵੇਖੀਆਂ ਨੇ ਕਿ ਗੁਰਦੁਆਰਾ ਸਾਹਿਬ ਦੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਸਭ ਕੁਝ ਹੁੰਦਾ ਵੀ ਹੈ, ਔਰ ਕਈ ਵੀਡੀਓਜ਼ ਵੀ ਜਨਤਕ ਹੋ ਜਾਂਦੀਆਂ ਨੇ ਜੋ ਕਿ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਇਸ ਨਾਲ ਜਿਹੜਾ ਹੈਗਾ ਧਰਮ ਨੀਵਾਂ ਹੀ ਹੁੰਦਾ, ਉੱਪਰ ਨਹੀਂ ਉੱਠਦਾ। ਪਰ ਦੂਜੇ ਪਾਸੇ ਕਿਤੇ ਨਾ ਕਿਤੇ ਅਸੀਂ ਜਦੋਂ ਸਿੱਖ ਧਰਮ ਨੂੰ ਵਧਾਉਣ ਦੀ ਗੱਲ ਕਰਦੇ ਹਾਂ, ਲੋਕਾਂ ਵੱਲ ਸਮਝਾਉਣ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਸਿੱਖ ਧਰਮ ਹੈ ਹੋਰਨਾਂ ਧਰਮਾਂ ਤੋਂ ਵੱਖ ਹੈ, ਇਹਦੀ ਜਿਹੜੀ ਪਛਾਣ ਹੈ ਹੋਰਨਾਂ ਧਰਮਾਂ ਤੋਂ ਵੱਖ ਹੈ, ਪਰ ਜਦੋਂ ਇਸ ਤਰ੍ਹਾਂ ਦੇ ਲੜਾਈ ਝਗੜੇ ਦੀਆਂ ਜਿਹੜੀਆਂ ਤਸਵੀਰਾਂ ਦੇ ਸਾਹਮਣੇ ਆਉਂਦੀਆਂ ਨੇ, ਕਿਤੇ ਨਾ ਕਿਤੇ ਸਾਡਾ ਅਕਸ ਖਰਾਬ ਹੁੰਦਾ ਹੈ। ਔਰ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਅਸੀਂ 4 ਕਦਮ ਅੱਗੇ ਵਧੀਏ, ਉਹ ਕੋਸ਼ਿਸ਼ਾਂ ਨੂੰ ਬੁਰ ਨਹੀਂ ਪੈਂਦਾ ਹੈਗਾ, ਉਸ ਕੋਸ਼ਿਸ਼ਾਂ ਫਿਰ ਤੋਂ ਸਾਨੂੰ ਸ਼ੁਰੂਆਤ ਕਰਨੀ ਪੈਂਦੀ ਹੈ, ਕਿਉਂਕਿ ਹੋਰਨਾਂ ਧਰਮਾਂ ਦੇ ਲੋਕ ਇੱਕ ਚੰਦ ਕਹਿੰਦੇ ਨੇ ਕਿ ਇਹ ਦੇਖੋ ਤੁਹਾਡੇ ਧਰਮ 'ਚ ਹੋ ਕੀ ਰਿਹਾ, ਗੁਰਦੁਆਰਾ ਸਾਹਿਬਾਨਾਂ 'ਚ ਹੋ ਕੀ ਰਿਹਾ। ਉਹਨਾਂ ਗੁਰਦੁਆਰਿਆਂ ਨੂੰ ਕਿ ਤੁਸੀਂ ਕੀ ਸੁਣਿਆ ਦੇਣਾ ਚਾਹੋਗੇ? ਮੈਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਜੀ ਕਿ ਸਾਨੂੰ ਗੁਰੂ ਦੀ ਹਜ਼ੂਰੀ ਵਿੱਚ ਹੀ ਨਹੀਂ ਇਕੱਲਾ, ਜਿੱਥੇ ਜਿੱਥੇ ਵੀ ਕੋਈ ਦਸਤਾਰਧਾਰੀ ਸਿੱਖ ਸਾਡਾ ਭਰਾ ਵੱਸਦਾ ਵਾ, ਭਾਵੇਂ ਕਿ ਪਿੰਡ 'ਚ ਆ, ਸ਼ਹਿਰ 'ਚ ਆ, ਗੁਰੂ ਘਰ 'ਚ ਆ, ਉਹਨਾਂ ਨੂੰ ਸਾਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਕਿ ਸਾਡੀ ਜਿਹੜੀ ਆਇਡੈਂਟੀਟੀ ਆ, ਜਦੋਂ ਅਸੀਂ ਦਸਤਾਰ ਆਪਣੀ ਕਿਤੇ ਲੈ ਕੇ ਜਾਂਦੇ ਹਾਂ ਤੇ ਸਾਡੀ ਦਸਤਾਰ ਕਹਿੰਦੀ ਹੈ ਕਿ ਅਸੀਂ ਸਿੱਖ ਹਾਂ, ਅਸੀਂ ਆਪਣੇ ਆਪ ਨੂੰ ਉਦੋਂ ਨਹੀਂ ਕਹਿੰਦੇ ਕਿ ਮੈਂ ਸਿੱਖ ਹਾਂ। ਸਾਡੀ ਦਸਤਾਰ ਵੇਖ ਕੇ ਹਰੇਕ ਇਹ ਕਹਿੰਦਾ ਕਿ ਇਹ ਸਿੱਖ ਧਰਮ ਨੂੰ ਬਿਲੋਂਗ ਕਰਦਾ ਵਾ, ਇਹ ਸਿੱਖੀ ਦੇ ਵਿੱਚ ਬਿਲੀਵ ਕਰਦਾ ਵਾ। ਮੈਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਜੀ ਕਿ ਆਪਾਂ ਨੂੰ ਇਹ ਝਗੜਿਆਂ ਤੋਂ ਦੂਰ ਰਹਿਣਾ ਚਾਹੀਦਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਸਾਨੂੰ ਮਿਲਦਾ ਵਾ ਉੱਥੋਂ, ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਲੈਣੀ ਚਾਹੀਦੀ ਹੈ ਤੇ ਇਹਨਾਂ ਲੜਾਈਆਂ ਝਗੜਿਆਂ ਤੋਂ ਦੂਰ ਰਹਿਣਾ ਚਾਹੀਦਾ, ਕਿਉਂਕਿ ਸਾਡਾ ਚੰਗਾ ਮੈਸੇਜ ਨਿਗਾ ਜਾਂਦਾ। ਬਾਕੀ ਵੈਸੇ ਇਹ ਇਕੱਲਾ ਸਿੱਖ ਧਰਮ ਦੇ ਵਿੱਚ ਹੀ ਲੜਾਈਆਂ ਨਹੀਂ ਗੀਆਂ, ਮੈਂ ਹਿੰਦੂ ਟੈਂਪਲਾਂ ਦੇ ਵਿੱਚ ਵੀ ਲੜਾਈਆਂ ਵੇਖੀਆਂ ਵਾ, ਬੜੇ ਜ਼ੋਰਾਂ ਸ਼ੋਰਾਂ ਦੇ ਵਿੱਚ, ਮੁਸਲਮਾਨਾਂ 'ਚ ਵੀ ਹੁੰਦੀਆਂ ਵਾ। ਪਰ ਇਹ ਆ ਕਿ ਸਾਡੀ ਪਛਾਣ ਜਿਹੜੀ ਆ ਇਹ ਛੇਤੀ ਹੁੰਦੀ ਆ ਵੀ ਇਹ ਲੋਕ ਕੌਣ ਨੇ। ਸੋ ਆਪਾਂ ਇਹਦੀ ਜਿਹੜੀ ਪਗੜੀ ਦੀ ਪਛਾਣ ਆ ਇਹਨੂੰ ਬਹਾਲ ਕਰਨ ਵਾਸਤੇ ਆਪਣੇ ਆਪ ਨੂੰ ਅੰਦਰੋਂ ਮਾਰੀਏ ਤੇ ਜਿਹੜਾ ਲੜਾਈ ਝਗੜੇ ਤੋਂ ਉਹ ਦੂਰ ਰਹੀਏ। ਮੈਂ ਇਹੋ ਹੀ ਬੇਨਤੀ ਕਰ ਸਕਦਾ ਜੀ। ਪਰ ਕੀ ਕੋਈ ਤੁਹਾਨੂੰ ਲੱਗਦਾ ਕਿ ਇੱਕ ਸਮਾਂ ਕੋਈ ਅਜਿਹਾ ਆਏਗਾ ਜਿਹੜੇ ਸਾਰੇ ਗੁਰਦੁਆਰਿਆਂ, ਜਿਹੜੇ ਵੱਖ-ਵੱਖ ਛੋਟੇ-ਛੋਟੇ ਗੁਰਦੁਆਰੇ ਹਰ ਗਲੀ ਹਰ ਨੁੱਕੜ ਵਿੱਚ ਖੁੱਲ ਰਹੇ ਨੇ, ਉਹ ਖੁੱਲ੍ਹਣੇ ਵਾਜਿਬ ਨੇ? ਤੁਹਾਡਾ ਕੀ ਮੰਨਦਾ ਹੈ ਕਿ ਕਿਉਂ ਨਹੀਂ ਇੱਕ ਗੁਰਦੁਆਰੇ ਵਿੱਚ ਇੱਕੋ ਜਗ੍ਹਾ ਸਮਾਗਮ ਹੁੰਦੇ? ਕਿਉਂਕਿ ਅੱਜ ਕੱਲ੍ਹ ਸਮਾਗਮ ਵੀ ਕੰਪੀਟੀਸ਼ਨ ਦਾ ਜ਼ਰੀਆ ਬਣ ਗਏ ਨੇ ਕਿ ਇਸ ਗੁਰਦੁਆਰੇ ਨੇ ਇਸ ਮੁਕਾਮ ਤੱਕ ਕੋਈ ਸਮਾਗਮ ਕਰਾਇਆ ਤਾਂ ਦੂਜਾ ਗੁਰਦੁਆਰਾ ਸੋਚਦਾ ਕਿ ਨਹੀਂ ਅਸੀਂ ਇਸ ਤੋਂ ਜ਼ਿਆਦਾ ਵੱਡਾ ਸਮਾਗਮ ਕਰਵਾ ਕੇ ਦਿਖਾਵਾਂਗੇ, ਇਸ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਲੋਕਾਂ ਦੀ ਸ਼ਮੂਲੀਅਤ ਦਰਜ ਕਰਵਾ ਕੇ ਦਿਖਾਵਾਂਗੇ। ਮੈਂ ਸਿੰਪਲ ਜੀ ਐਗਜ਼ਾਮਪਲ ਦਿੰਦਾ ਜੀ, ਮੈਂ ਗੁਰਦੁਆਰਾ ਸਿੱਖ ਸੁਸਾਇਟੀ ਦੀ ਕਿ ਸਾਡਾ ਪ੍ਰੋਗਰਾਮ ਬੜਾ ਸਮੂਥ ਚੱਲਦਾ ਵਾ ਜੀ। ਸਾਡਾ ਜਿਹੜਾ ਸਿਸਟਮ ਆ ਇਹ ਇਲੈਕਸ਼ਨ ਦੇ ਥਰੂ ਅਸੀਂ ਇਲੈਕਟ ਹੋ ਕੇ ਆਉਂਦੇ ਆ ਜੀ। ਤੇ ਜਿੰਨੀ ਸਾਡੀ ਆਪੋਜੀਸ਼ਨ, ਵੈਸੇ ਲਫ਼ਜ਼ ਆਪੋਜੀਸ਼ਨ ਦਾ ਯੂਜ਼ ਨਹੀਂ ਕਰਨਾ ਚਾਹੀਦਾ, ਜਦੋਂ ਉਹ ਬਰਦਾਸ਼ਤ ਨਹੀਂ ਕਰਦੇ ਕਿ ਵੇਖੋ ਜੀ ਗੁਰਦੁਆਰਿਆਂ ਦੇ ਵਿੱਚ ਇਹ ਸਾਨੂੰ ਪੁੱਛਦੇ ਨਹੀਂ, ਸਟੇਜਾਂ ਤੇ ਨਹੀਂ ਬੋਲਣ ਦਿੰਦੇ, ਜਾਂ ਉਹ ਆਪਣੀ ਮਰਜ਼ੀ ਨਾਲ ਕੁਝ ਚੇਂਜ ਕਰਨਾ ਚਾਹੁੰਦੇ। ਪ੍ਰਬੰਧਕ ਕਾਹਦੇ ਵਾਸਤੇ ਬਣਦਾ? ਪ੍ਰਬੰਧ ਵਿਚਾਰਨ ਵਾਲੀ ਗੱਲ ਆ ਕਿ ਉਹਨਾਂ ਨੂੰ ਸਾਲ ਦੀ ਟਰਮ, 2 ਸਾਲ ਦੀ, 3 ਸਾਲ ਦੀ ਟਰਮ ਜਿਹੜੀ ਦਿੱਤੀ ਗਈ ਆ, ਉਹਦਾ ਮਤਲਬ ਇਹ ਆ ਕਿ ਇਹ ਮੈਨੇਜਮੈਂਟ ਆ, ਇਹਨੇ ਮੈਨੇਜ ਕਰਨਾ ਸਿਸਟਮ ਨੂੰ। ਬਿਲਕੁਲ। ਜਦੋਂ ਆਪੋਜੀਸ਼ਨ ਜਾ ਕੇ ਉਹਦੇ 'ਚ ਦਖਲਅੰਦਾਜ਼ੀ ਕਰੂਗੀ ਤੇ ਓਬਵੀਅਸਲੀ ਆਪਾਂ ਸਾਰਿਆਂ ਨੂੰ ਪਤਾ ਵਾ ਕਿ ਆਪੋਜੀਸ਼ਨ ਠੀਕ ਆ, ਅਸਾਰੂ ਬਹਿਸ ਹੋਣੀ ਚਾਹੀਦੀ ਆ, ਪਰ ਅਗਲੇ ਨੂੰ ਨੀਵਾਂ ਵਿਖਾਉਣ ਵਾਸਤੇ ਨਹੀਂ। ਤੇ ਇਦਾਂ ਦੀ ਗੱਲ ਹੈ ਵੀ ਸਾਡੇ ਗੁਰੂ ਘਰ ਦੇ ਵਿੱਚ ਬੜੀ ਬਖਸ਼ਿਸ਼ ਹੈ, ਜਿਹੜੀ ਸਾਡੀ ਆਪੋਜੀਸ਼ਨ ਵੀ ਇਲੈਕਸ਼ਨ ਤੋਂ ਪਹਿਲਾਂ ਸੀ ਉਹ ਠੀਕ ਆ, ਗੱਲਾਂ ਹੁੰਦੀਆਂ, ਪਰ ਉਦੋਂ ਬਾਅਦ ਕਦੀ ਕੋਈ ਪ੍ਰੋਬਲਮ ਨਹੀਂ, ਕਿ ਬੜਾ ਸਾਥ ਦਿੰਦੇ ਆ, ਸਾਰੇ ਵੀਰ ਇਕਮੁੱਠ ਹੋ ਕੇ ਚੱਲਦੇ ਆ। ਤੇ ਇਹ ਸਾਨੂੰ ਸਿੱਖਿਆ ਵੀ ਲੈਣੀ ਚਾਹੀਦੀ ਆ ਕਿ ਲੜਾਈਆਂ ਝਗੜਿਆਂ ਤੋਂ ਦੂਰ ਰਹਿ ਕੇ, ਕਿਉਂਕਿ ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਤੁਸੀਂ ਦੂਜੇ ਗੁਰਦੁਆਰਿਆਂ ਦੀ ਗੱਲ ਕਰਦੇ ਜੇ, ਵੀ ਉਹਦੇ 'ਚ ਇਹ ਪ੍ਰੋਬਲਮ ਹੁੰਦੀ ਆ ਕਿ ਜਦੋਂ ਉਹ ਹਾਰੇ ਵੀਰ ਜਿਹੜੇ ਆ
ਉਹ ਆਪਣੀ ਮੈਨੇਜਮੈਂਟ ਨੂੰ ਬਾਦਰ ਕਰਦੇ, ਉਹਨਾਂ ਨੂੰ ਆਪਣਾ ਰੈਗੂਲਰ ਪ੍ਰੋਗਰਾਮ ਨਹੀਂ ਚਲਾਉਣ ਦਿੰਦੇ, ਤਾਂ ਉੱਥੇ ਫਿਰ ਥੋੜੀ ਤਲਖਬਾਜ਼ੀ ਜਿਹੀ ਹੋ ਜਾਂਦੀ ਆ, ਉੱਥੇ ਕੜਤਨ ਪੈਦਾ ਹੁੰਦੀ ਆ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਪ੍ਰਬੰਧ ਦੇ ਵਿੱਚ ਪ੍ਰਬੰਧਕ ਕਮੇਟੀ ਆਈ, ਉਹਨਾਂ ਨੂੰ ਆਪਣਾ ਪ੍ਰੋਗਰਾਮ ਚਲਾਉਣ ਦਿਓ, ਉਹਨਾਂ ਦੀਆਂ ਗੱਲਾਂ ਨੋਟ ਕਰੋ, ਕਿਹੜੇ ਕੰਮ ਨਹੀਂ ਕਰਦੇ ਸਹੀ, ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਸੁਧਾਰੋ। ਨਾਲ ਸੰਗਤ ਨੂੰ ਦੱਸੋ ਵੀ ਆਹ ਵੇਖੋ ਸੰਗਤ ਜੀ, ਪਹਿਲੀ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਆਪਣੀਆਂ ਮਨਮਤੀਆਂ ਕਰਦੀ ਰਹੀ ਆ, ਇਹ ਕੰਮ ਗੁਰੂ ਦੇ ਆਸ਼ੇ ਅਨੁਸਾਰ, ਗੁਰੂ ਮਰਿਆਦਾ ਅਨੁਸਾਰ ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਸੋ ਜਿਹੜੇ ਗੁਰਦੁਆਰੇ ਤੁਸੀਂ ਕਿਹਾ ਵਾ ਕਿ ਨੁੱਕਰਾਂ 'ਚ ਜ਼ਿਆਦਾ ਖੁੱਲ੍ਹ ਰਹੇ ਨੇ, ਉਹ ਕੋਈ ਵਧੀਆ ਗੱਲ ਨਹੀਂ ਗੀ, ਮੈਂ ਇਹ ਕਹਿ ਸਕਦਾ ਵਾਂ, ਕਿਉਂਕਿ ਹਾਂ ਜਿੱਥੇ ਸੰਗਤ ਜ਼ਿਆਦਾ ਵਾ, ਜਿੱਦਾਂ ਸਿੱਖ ਸੋਸਾਇਟੀ ਆ, ਇਹ ਟਰਾਈ ਸਟੇਟ ਦਾ ਇੱਕ ਗੁਰਦੁਆਰਾ ਸੀ ਸਭ ਤੋਂ ਪਹਿਲਾਂ। ਮਤਲਬ ਜਿਉਂ ਸਾਡੀ ਸੰਗਤ ਵੱਧਦੀ ਗਈ, ਪਹਿਲੋਂ ਆਪਾਂ ਸਿੰਗਲ ਫੈਮਿਲੀ, ਜਿੱਦਾਂ ਮੈਂ ਹੀ ਸੀ ਤੇ ਮੈਂ ਇੱਥੇ ਸਿੰਗਲ ਅਮਰੀਕਾ 'ਚ ਆਇਆ ਸੀ। ਅੱਜ ਮੇਰੇ ਪਰਿਵਾਰ ਤੇ 10 ਜੀ ਆ, ਮੇਰਾ ਬ੍ਰਦਰ ਇੱਥੇ ਆ, ਉਹਦੇ ਬੱਚੇ ਆ, ਮੇਰੇ ਰਿਲੇਟਿਵ ਹੋਰ ਨੇ। ਸੋ ਪਾਪੂਲੇਸ਼ਨ ਵਧਣ ਦੇ ਨਾਲ ਫਿਰ ਲੋਕੀ ਕੰਮਾਂ ਕਾਰਾਂ ਵਾਸਤੇ, ਬਿਜ਼ਨਸ ਵਾਸਤੇ ਬਾਹਰ ਦੂਜੇ ਸ਼ਹਿਰਾਂ 'ਚ ਮੂਵ ਹੁੰਦੇ ਆ। ਉੱਥੇ ਦੂਜੇ ਸ਼ਹਿਰਾਂ 'ਚ ਜਦੋਂ 25-30 ਫੈਮਲੀਆਂ ਹੋ ਜਾਂਦੀਆਂ, ਉਹ ਕਹਿੰਦੇ ਆ ਕਿ ਯਾਰ ਸਾਨੂੰ ਸਿੱਖ ਸੋਸਾਇਟੀ ਦੂਰ ਪੈਂਦੀ ਆ, ਆਪਾਂ ਅੱਧਾ ਘੰਟਾ ਡਰਾਈਵ ਕਰਕੇ ਜਾਣਾ ਪੈਂਦਾ, ਆਪਾਂ ਇੱਥੇ ਇੱਕ ਗੁਰੂ ਘਰ ਬਣਾ ਲਈਏ। ਹਾਲਾਂਕਿ ਜਿੰਨੇ ਗੁਰਦੁਆਰੇ ਬਣੇ ਨੇ, ਸਿੱਖ ਕਲਚਰ ਸੋਸਾਇਟੀ ਨੇ ਹਰ ਗੁਰੂ ਘਰ ਨੂੰ ਡੋਨੇਸ਼ਨ ਦਿੱਤੀ ਆ ਜੀ, ਭਾਵੇਂ ਉਹ $100 ਹੋਵੇ ਜਾਂ $1,00,000 ਹੋਵੇ। ਹਰ ਗੁਰੂ ਘਰ ਇੱਥੇ ਆ ਕੇ ਮਤਲਬ ਇਹ ਉਸ ਸਮੇਂ ਦੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਰਿਹਾ, ਤੇ ਪ੍ਰਬੰਧਕ ਕਮੇਟੀ ਹਮੇਸ਼ਾ ਉਸ ਨਵੇਂ ਗੁਰੂ ਘਰ ਦੀ ਸਪੋਰਟ ਵਾਸਤੇ ਨਾਲ ਖਲੋਤੀ ਆ, ਕਿਉਂਕਿ ਇਹ ਗੁਰੂ ਘਰ ਤੋਂ ਬੜੀਆਂ ਆਸਾਂ ਲੋਕਾਂ ਨੂੰ। ਮੈਂ ਇਹਦੇ 'ਚ ਇੱਕ ਹੋਰ ਐਡ ਗੱਲ ਕਰਨੀ ਚਾਹੁੰਦਾ ਕਿ ਇਹ ਇੱਥੇ ਪਹਿਲਾਂ ਚਰਚ ਹੁੰਦੀ ਸੀ। ਹਾਂਜੀ, 50 ਸਾਲ ਸਾਨੂੰ ਇੱਥੇ ਹੋ ਗਏ ਆ, ਤੇ ਉਹ ਪਹਿਲਾਂ ਤੋਂ ਹੀ ਇਸ ਗੁਰੂ ਘਰ ਦੇ ਵਿੱਚ ਇਸ ਜਗ੍ਹਾ ਤੇ ਰੱਬ ਦਾ ਨਾਮ ਲੈਂਦਾ ਜਾ ਰਿਹਾ ਵਾ, ਕਿਉਂਕਿ ਚਰਚ ਦੇ ਸਮੇਂ ਵੀ ਪਰਮਾਤਮਾ ਦੀ ਅਰਦਾਸਾਂ ਹੁੰਦੀਆਂ ਸੀ, ਤੇ ਜਦੋਂ ਦਾ ਇਹ ਗੁਰਦੁਆਰਾ ਬਣਿਆ ਵਾ ਉਦੋਂ ਦੀਆਂ ਲੰਮੇ ਸਮੇਂ ਤੋਂ ਇਹਨੂੰ ਇੱਕ ਇਤਿਹਾਸਕ ਗੁਰਦੁਆਰਾ ਕਿਹਾ ਜਾਂਦਾ ਵਾ। ਇੱਥੇ ਦੀਆਂ ਜਿਹੜੀਆਂ ਮੰਗੀਆਂ ਮੰਨਤਾਂ ਵਾ ਉਹ ਪੂਰੀਆਂ ਵੀ ਹੁੰਦੀਆਂ ਵਾ। ਸੋ ਮੈਂ ਜਿਹੜਾ ਬਿਲਕੁਲ ਕੋਈ ਕੰਪੀਟੀਸ਼ਨ ਕਰਕੇ ਗੁਰਦੁਆਰਾ ਖੋਲ੍ਹਣਾ ਉਹਦੇ ਬਰਖਲਾਫ ਹੈ ਜੀ, ਉਹ ਚੰਗੀ ਗੱਲ ਨਹੀਂ। ਪਰ ਜਿਹੜੀਆਂ ਸੰਗਤਾਂ ਦੂਰ ਆ, ਘੰਟਾ ਡਰਾਈਵ ਕਰਕੇ ਜਾਣਾ ਪੈਂਦਾ ਵਾ, ਜੇ ਉੱਥੇ 25-30 ਫੈਮਲੀਆਂ 50 ਫੈਮਲੀਆਂ ਹੋ ਗਈਆਂ, ਜੇ ਉੱਥੇ ਖੁੱਲ੍ਹਾ ਵਾਜਬ ਵੀ ਹੈ। ਹਾਂ, ਮੁਬਾਰਕ, ਹਾਂਜੀ ਮੁਬਾਰਕ ਹੈ ਉਹਨਾਂ ਨੂੰ। ਪਰ ਜੇ ਜਾਣ ਕੇ ਕੰਪੀਟੀਸ਼ਨ ਕਰਕੇ ਜਾਂ ਬਿਜ਼ਨਸ ਵਾਸਤੇ ਕੋਈ ਖੋਲ੍ਹਦਾ, ਉਹ ਸਾਡੇ ਵਾਸਤੇ ਚੰਗਾ ਮੈਸੇਜ ਨਹੀਂ ਗਾ। ਯਾਨੀ ਕਿ ਇਹ ਤੁਸੀਂ ਖੁੱਲ੍ਹੇ ਅਲਫਾਜ਼ਾਂ ਵਿੱਚ ਮੰਨ ਰਹੇ ਹੋ ਕਿ ਜਿਹੜੇ ਗੁਰੂ ਘਰ ਨੇ ਉਹ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਖੋਲ੍ਹੇ ਜਾ ਰਹੇ? ਕੁਝ ਹੋ ਸਕਦਾ ਜੀ, ਮੇਰੇ ਕੋਲ ਕੋਈ ਸਬੂਤ ਨਹੀਂ। ਜੇ ਤੁਸੀਂ ਮੈਨੂੰ ਅਗਲਾ ਕੁਐਸਚਨ ਕਰੋਗੇ ਵੀ ਕਿਹੜਾ ਗੁਰਦੁਆਰਾ, ਮੇਰੇ ਕੋਲ ਇਦਾਂ ਦਾ ਕੋਈ ਨਹੀਂ ਗਾ ਕਿ ਬਿਜ਼ਨਸ ਵਾਸਤੇ। ਪਰ ਜੇ ਉਹਦਾ ਮਾਈਂਡ ਬਿਜ਼ਨਸ ਵਾਸਤੇ ਖੋਲ੍ਹਦਾ, ਤੇ ਉਹ ਵਾਹਿਗੁਰੂ ਦਾ ਦੇਣ ਦਾਨ ਹੈ ਜੀ, ਕਿਉਂਕਿ ਗੁਰੂ ਮਹਾਰਾਜ ਜਿਹੜੇ ਆ ਉਹ ਜਾਣੇ ਸਾਰੇ। ਜੇ ਕੋਈ ਇਦਾਂ ਦਾ ਕੰਮ ਕਰਦਾ ਵਾ ਤੇ ਉਹਦੇ ਵਾਸਤੇ ਸ਼ਰਮ ਵਾਲੀ ਗੱਲ ਹੈ ਜੀ, ਕਿ ਗੁਰੂ ਘਰ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਬਿਜ਼ਨਸ ਵਾਸਤੇ ਨਹੀਂ ਯੂਜ਼ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ ਤੁਸੀਂ ਕੀਤੀ ਹੈ। ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਕਰਨਾ ਚਾਹਾਂਗਾ ਕਿ ਹੁਣ ਪੈਂਡੈਮਿਕ ਦੇ ਸਮੇਂ ਅਸੀਂ ਹਰ ਇੱਕ ਪੂਰਾ ਦੁਨੀਆ ਜਿਹੜੀ ਹੈਗੀ ਹੈ, ਪੈਂਡੈਮਿਕ ਨੂੰ ਅਸੀਂ ਝੇਲਣ ਲਈ ਮਜਬੂਰ ਹੋ ਰਹੇ ਹਾਂ। ਗੁਰਦੁਆਰਾ ਸਾਹਿਬ ਦੀ ਅਸੀਂ ਜੇਕਰ ਗੱਲ ਕਰੀਏ ਤਾਂ ਕੀ ਸੰਗਤ ਆਉਣੀ ਹੁਣ ਦੁਬਾਰਾ ਤੋਂ ਸ਼ੁਰੂ ਹੋਈ ਹੈ? ਕਿਉਂਕਿ ਇਸ ਸਮੇਂ ਵੈਕਸੀਨ ਵੀ ਆ ਚੁੱਕੀ ਹੈਗੀ ਹੈ ਮਾਰਕੀਟ ਵਿੱਚ, ਤੇ ਲੋਕਾਂ ਨੂੰ ਲੱਗਣੀ ਵੀ ਸ਼ੁਰੂ ਹੋ ਚੁੱਕੀ ਹੈ। ਪਰ ਕੀ ਲੋਕਾਂ ਦਾ ਜਿਹੜਾ ਡਰ ਹੈਗਾ ਪੈਂਡੈਮਿਕ ਤੋਂ, ਉਹ ਦੂਰ ਹੋਣਾ ਸ਼ੁਰੂ ਹੋਇਆ, ਸੰਗਤ ਆਉਣੀ ਸ਼ੁਰੂ ਹੋਈ? ਇੱਕ ਨਾ ਬੜੀ ਕਹਾਵਤ ਜੀ ਆ ਪੁਰਾਣੀ, ਆਪਾਂ ਪਿੰਡਾਂ ਤੋਂ ਸੁਣਦੇ ਆਏ ਆ ਕਿ ਬੰਦਾ ਯੂਜ਼ ਟੂ ਹੋ ਜਾਂਦਾ ਵਾ। ਹੁਣ ਪੈਂਡੈਮਿਕ ਇੱਕ ਇੱਦਾਂ ਦਾ ਸਿਸਟਮ ਬਣਿਆ ਵਾ ਕਿ ਜੇ ਕੰਪੇਅਰ ਇੰਡੀਆ ਦੀ ਤੇ ਅਮਰੀਕਾ ਦੀ ਕਰੀਏ, ਉੱਥੇ ਵੀ ਕੋਵਿਡ-19 ਹੈਗਾ ਤੇ ਇੱਥੇ ਵੀ ਹੈਗਾ। ਇੱਥੇ ਆ ਮੈਂ ਤੁਹਾਡੇ ਸਾਹਮਣੇ ਟੀਵੀ ਤੇ ਗੱਲ ਕਰਨਾ ਹੈ ਤੇ ਮੈਂ ਆਪਣੀ ਮਾਸਕ ਉਤਾਰੀ ਹੈ, ਨਹੀਂ ਤੇ ਮਾਸਕ ਤੋਂ ਬਗੈਰ ਮੈਂ ਇੱਥੇ ਸਟੋਰਾਂ ਦੇ ਵਿੱਚ ਵੀ ਨਹੀਂ ਖਲੋ ਸਕਦੇ। ਸਾਡੇ ਕੋਈ ਵੀ ਕਸਟਮਰ ਅੰਦਰ ਆਉਂਦਾ ਵਾ, ਜੇ ਉਹਨੇ ਮਾਸਕ ਨਹੀਂ ਪਾਈ ਤਾਂ ਸਟੋਰ ਦੇ ਅੰਦਰ ਇੰਟਰ ਨਹੀਂ ਹੋ ਸਕਦਾ। ਸਾਡੇ EMPLOYEE ਜਿਹੜੇ ਨੇ ਉਹਨਾਂ ਵੀ ਬਿਲਕੁਲ ਮਾਸਕ ਪਾਈ ਆ। ਸੋ ਇਹ ਗੁਰੂ ਘਰਾਂ ਦੀ ਜਿਹੜੀ ਗੱਲ ਆ, ਗੁਰਦੁਆਰਾ ਸਿੱਖ ਸੋਸਾਇਟੀ ਜੀ ਇੱਕ ਦਿਨ ਵਾਸਤੇ ਵੀ ਬੰਦ ਨਹੀਂ ਹੋਇਆ। ਭਾਵੇਂ ਇੱਕ ਸਮਾਂ ਸੀ ਜਿਹਦਾ ਨਿਊਯਾਰਕ ਜਿਹੜਾ ਕੱਲਾ ਵਾ ਉਹ ਸਭ ਤੋਂ ਉੱਪਰ ਸੀ ਇਸ ਕੰਮ ਦੇ ਵਿੱਚ, ਰਿਕਾਰਡ ਰਿਹਾ ਵਾ ਕਿ ਜਿੰਨੇ ਟੋਟਲ ਕੇਸ ਅਮਰੀਕਾ 'ਚ ਹੁੰਦੇ ਸੀ ਉਦੋਂ ਅੱਧੇ ਸਿਰਫ ਸਾਡੇ ਨਿਊਯਾਰਕ ਦੇ ਹੁੰਦੇ ਸੀ। ਜਿੰਨੀਆਂ ਟੋਟਲ ਡੈਥਾਂ ਹੁੰਦੀਆਂ ਸੀ ਉਹਦੇ 'ਚੋਂ 3% ਜਿਹੜੀਆਂ ਕੱਲੀ ਨਿਊਯਾਰਕ 'ਚ ਹੁੰਦੀਆਂ ਸੀ। ਉਸ ਸਮੇਂ ਵੀ ਦਾਸ ਨੇ ਡਿਊਟੀ ਦਿੱਤੀ ਆ, ਇੱਕ ਦਿਨ ਗੁਰਦੁਆਰਾ ਬੰਦ ਨਹੀਂ ਹੋਇਆ। ਹਾਂ, ਲੋਕੀ ਸੰਗਤਾਂ ਜਿਹੜੀਆਂ ਸੀ ਉਹ ਹੁਣ ਘਟ ਗਈਆਂ ਕਿਉਂਕਿ ਡਰਦੀਆਂ ਸੀ, ਪਰ ਫਿਰ ਵੀ ਜਿਹੜੇ ਗੁਰੂ ਦੇ ਦਰਸ਼ਨਾਂ ਦੇ ਚਾਹਵਾਨ ਸੀ ਉਹ ਵੇਲੇ ਕੋਲੇ ਆਉਂਦੇ ਰਹੇ। ਅਸੀਂ ਇੱਕ ਡੋਰ ਖੋਲੀ ਸੀ, ਸੰਗਤਾਂ ਆਉਂਦੀਆਂ ਮੱਥਾ ਟੇਕਦੀਆਂ, ਬਹਿੰਦੀਆਂ ਨਹੀਂ ਸੀ। ਪਰ ਹੁਣ ਇਸ ਟਾਈਮ ਬਿਲਕੁਲ ਰੈਗੂਲਰ ਆ, ਲੰਗਰ ਰੈਗੂਲਰ ਚੱਲਦੇ ਆ। ਥੋੜੇ ਗੁਰਦੁਆਰੇ ਜਿਹੜੇ ਆ ਜਿਨ੍ਹਾਂ ਨੇ ਥੋੜੀ ਦੇਰ ਤੋਂ ਲੰਗਰ ਸ਼ੁਰੂ ਕੀਤਾ, ਅਜੇ ਕਈ ਗੁਰਦੁਆਰੇ ਜਿਨ੍ਹਾਂ 'ਚ ਲੰਗਰ ਨਹੀਂ ਸ਼ੁਰੂ ਹੋਇਆ। ਪਰ ਗੁਰਦੁਆਰਾ ਸਿੱਖ ਸੋਸਾਇਟੀ ਦੇ ਵਿੱਚ ਲੰਗਰ ਦੀ ਪ੍ਰਥਾ, ਜਿਹੜੇ ਕੀਰਤਨ ਪ੍ਰੋਗਰਾਮ ਹੈ ਸਾਡੇ, ਉਹ ਸਾਰੇ ਬਿਲਕੁਲ ਰੈਗੂਲਰ ਚੱਲਣ ਰਹੇ ਆ ਜੀ। ਵਾਹਿਗੁਰੂ ਦੀ ਬੜੀ ਬਖਸ਼ਿਸ਼ ਆ। ਹਾਂ, ਇਹ ਆ ਵੀ ਜਿਹੜੀ ਵੈਕਸੀਨ ਦੀ ਗੱਲ ਆ ਉਹ ਹੁਣ ਐਸ ਕਮਿੰਗ ਫਰਾਈਡੇ ਜਿਹੜਾ 12 ਫਰਵਰੀ ਨੂੰ ਆ, ਉਹ ਗੁਰਦੁਆਰਾ ਸਿੱਖ ਸੋਸਾਇਟੀ ਦੇ ਵਿੱਚ ਵੈਕਸੀਨ ਲੱਗਣ ਜਾ ਰਹੀ ਆ।
ਉਹਦੇ ਵਿੱਚ ਦਾਸ ਵੀ ਉਸ ਚੀਜ਼ ਦਾ ਕੈਂਡੀਡੇਟ ਆ, ਮਤਲਬ ਮੇਰਾ ਪਰਿਵਾਰ ਵੀ ਆ, ਕਿਉਂ ਜੀ। ਅਸੀਂ ਵੈਕਸੀਨ ਲੈ ਰਹੇ ਹਾਂ। 400 ਬੰਦੇ ਨੂੰ ਉਹਨਾਂ ਸਟੇਟ ਵੱਲੋਂ ਆ ਰਿਹਾ ਡਿਪਾਰਟਮੈਂਟ ਜਿਨ੍ਹਾਂ ਨੇ ਵੈਕਸੀਨ ਦੇਣੀ ਆ। ਬੜੇ ਜ਼ੋਰਾਂ ਸ਼ੋਰਾਂ 'ਚ ਵੈਕਸੀਨ ਲੱਗਣ ਡਈ ਆ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੈਕਸੀਨ ਜਿਹੜੀ ਆ ਇਹ ਇੱਕ ਚੰਗੀ ਦਵਾਈ ਆ। ਕਈ ਇਸ ਚੀਜ਼ ਤੋਂ ਗੁਰੇਜ਼ ਕਰਦੇ ਜਾਂ ਡਰਾਉਂਦੇ ਇੱਕ ਦੂਜੇ ਨੂੰ ਵੀ ਇਹਦਾ ਫਿਊਚਰ ਮਾੜਾ ਵਾ। ਸਾਡੇ ਜੋ ਬਾਈਡਨ ਨੇ ਜਿਹੜੇ ਪ੍ਰੈਜ਼ੀਡੈਂਟ ਸਾਡੇ ਉਹਨਾਂ ਲਾਈ ਆ। ਪੁਲਿਸ ਡਿਪਾਰਟਮੈਂਟ ਹੋਇਆ, ਟੀਚਰ ਡਿਪਾਰਟਮੈਂਟ ਹੋਇਆ, ਹੈਲਥ ਡਿਪਾਰਟਮੈਂਟ ਹੋਇਆ, ਫਾਇਰ ਡਿਪਾਰਟਮੈਂਟ ਹੋਇਆ, ਇਹਨਾਂ ਸਾਰਿਆਂ ਨੂੰ ਸਾਰਿਆਂ ਲਈ ਆ ਜੀ। ਤੇ ਉਹ ਸਾਡੇ ਮੇਨ ਬੰਦੇ ਨੇ, ਜੇ ਉਹਨਾਂ ਲਈ ਆ ਤੇ ਬਾਕੀ ਅਸੀਂ ਤੇ ਛੋਟੇ ਮੋਟੇ ਕੰਮਾਂ ਕਾਰਾਂ ਵਾਲੇ ਜਾਂ ਆਮ ਲੋਕ ਆ। ਚਲੋ ਬਹੁਤ ਬਹੁਤ ਸ਼ੁਕਰੀਆ ਬੋਪਰਾਏ ਸਾਹਿਬ, ਵੀ ਮੀਡੀਆ ਆਈਡੀਆਜ਼ ਫੋਰਮ ਦਾ ਖਾਸ ਹਿੱਸਾ ਬਣਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਜੀ, ਤੁਸੀਂ ਟਾਈਮ ਦਿੱਤਾ ਤੇ ਤੁਹਾਡੇ ਤੋਂ ਆਪਣੇ ਦਰਸ਼ਨ ਵੀ ਕਰਾਏ ਆ। ਗੁਰੂ ਮਹਾਰਾਜ ਤੁਹਾਡੇ ਚੈਨਲ ਨੂੰ ਚੜ੍ਹਦੀ ਕਲਾ ਕਰੇ ਤੇ ਤੁਹਾਡਾ ਜਿਹੜਾ ਸਟਾਫ ਆ ਉਹਨਾਂ ਨੂੰ ਤੰਦਰੁਸਤੀਆਂ ਤੇ ਇਹ ਸਿਹਤ ਜਾਬੀ ਬਖਸ਼ੇ ਜੀ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।